ਦੋਸਤੋ ਸਾਰੰਸ਼ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਪਿਛਲੇ ਐਪੀਸੋਡ 'ਚ ਆਪਾਂ ਗੱਲ ਕੀਤੀ ਸੀ ਕਿ ਜਦੋਂ ਇਹ ਹੀਰਾ ਮਹਾਰਾਜਾ ਦਲੀਪ ਸਿੰਘ ਵੱਲੋਂ ਮਹਾਰਾਣੀ ਵਿਕਟੋਰੀਆ ਨੂੰ ਸੌਂਪ ਦਿੱਤਾ ਜਾਂਦਾ ਹੈ। ਅੱਜ ਕਹਾਣੀ ਉੱਥੋਂ ਹੀ ਸ਼ੁਰੂ ਕਰਦੇ ਹਾਂ ਤੇ ਇਸ ਨੂੰ ਇਸ ਦੇ ਅੰਜਾਮ ਤੱਕ ਲੈ ਕੇ ਜਾਂਦੇ ਹਾਂ। ਬੇਸ਼ੱਕ ਮਹਾਰਾਣੀ ਵਿਕਟੋਰੀਆ ਕੋਹਿਨੂਰ ਦੀ ਮਾਲਿਕ ਉਦੋਂ ਹੀ ਬਣ ਗਈ ਸੀ ਜਦੋਂ ਈਸਟ ਇੰਡੀਆ ਕੰਪਨੀ ਵੱਲੋਂ ਇਹ ਹੀਰਾ ਸਿੱਖ ਰਾਜ ਤੋਂ ਖੋਹ ਕੇ ਉਸ ਨੂੰ ਸੌਂਪ ਦਿੱਤਾ ਗਿਆ ਸੀ, ਪਰ ਮਹਾਰਾਣੀ ਵਿਕਟੋਰੀਆ ਦੇ ਮਨ 'ਚ ਇਹ ਗੱਲ ਹਮੇਸ਼ਾ ਹੀ ਰਹੀ ਕਿ ਕੋਹਿਨੂਰ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਕੋਲੋਂ ਧੱਕੇ ਨਾਲ ਲਿਆ ਗਿਆ ਸੀ। ਜਦੋਂ ਮਹਾਰਾਜਾ ਦਲੀਪ ਸਿੰਘ ਇੱਕ ਸੰਖੇਪ ਵਾਰਤਾਲਾਪ ਤੋਂ ਬਾਅਦ ਉਹ ਹੀਰਾ ਮਹਾਰਾਣੀ ਨੂੰ ਸੌਂਪਦਾ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਣੀ ਵਿਕਟੋਰੀਆ ਇਸ ਮਾਨਸਿਕ ਉਲਝਣ ਤੋਂ ਛੁਟਕਾਰਾ ਪਾ ਲੈਂਦੀ ਹੈ ਤੇ ਹੀਰੇ ਨੂੰ ਇੱਕ ਮਾਲਿਕ ਵਜੋਂ ਪਹਿਨਣਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ ਉਹ ਕੋਹਿਨੂਰ ਨੂੰ ਲਗਾਤਾਰ ਪਹਿਨਦੀ ਹੈ, ਪਰ ਉਸ ਨੂੰ ਦੁਨੀਆ ਨੂੰ ਦਿਖਾਉਣ ਦਾ ਮੌਕਾ ਉਸ ਦੀ 1855 ਵਿਚਲੀ ਫਰਾਂਸ ਫੇਰੀ 'ਚ ਆਉਂਦਾ ਹੈ, ਜੋ ਇੰਗਲੈਂਡ ਦੇ ਕਿਸੇ ਵੀ ਮਹਾਰਾਜੇ ਜਾਂ ਮਹਾਰਾਣੀ ਦੀ ਪਿਛਲੇ 400 ਸਾਲਾਂ 'ਚ ਪਹਿਲੀ ਫਰਾਂਸ ਫੇਰੀ ਹੈ। ਇੰਗਲੈਂਡ ਜੋ ਕਿ ਯੂਰਪੀਅਨ ਤਾਕਤਾਂ ਦੀ ਬਸਤੀਵਾਦੀ ਦੌੜ 'ਚ ਪਛੜ ਕੇ ਸ਼ਾਮਲ ਹੁੰਦਾ ਹੈ, ਪਰ ਉਸ ਵਕਤ ਤੱਕ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਦੇ ਰਾਹ ਤੇ ਹੈ। ਫਰਾਂਸ ਫੇਰੀ 'ਚ ਪੈਰਿਸ 'ਚ ਜਿੱਥੇ ਯੂਰਪ ਦੀਆਂ ਸਾਰੀ ਰਜਵਾੜਾ ਸ਼ਾਹੀ ਦੀਆਂ ਸਿਖਰਲੀਆਂ ਸਫਾਂ ਦੇ ਲੋਕ ਸ਼ਾਮਲ ਹਨ, ਮਹਾਰਾਣੀ ਵਿਕਟੋਰੀਆ ਦੀ ਚਮਕ ਅਤੇ ਧਮਕ ਬਾਕੀ ਸਾਰਿਆਂ ਤੋਂ ਅਲੱਗ ਹੈ ਤੇ ਉਸ ਦੇ ਮੱਥੇ ਦੇ ਤਾਜ 'ਚ ਕੋਹਿਨੂਰ ਕਿਸੇ ਤੀਸਰੀ ਅੱਖ ਵਾਂਗ ਚਮਕ ਰਿਹਾ ਹੈ। ਤੇ ਮਲਕਾ ਵਿਕਟੋਰੀਆ ਕੋਹਿਨੂਰ ਬਾਰੇ ਆਪਣੀ ਪਹਿਲੀ ਝਲਕ ਤੱਕੀ 'ਚੋਂ ਵੀ ਨਿਕਲ ਆਉਂਦੀ ਹੈ। ਹਾਲਾਂਕਿ ਉਸ ਨੂੰ ਇਹ ਗੱਲ ਕੁਰੇਦਦੀ ਹੈ ਕਿ ਉਸ ਦਾ ਕੋਹਿਨੂਰ ਨੂੰ ਪਹਿਨਣਾ ਮਹਾਰਾਜਾ ਦਲੀਪ ਸਿੰਘ ਨੂੰ ਕਿਸ ਤਰ੍ਹਾਂ ਲੱਗੇਗਾ, ਪਰ ਹੁਣ ਤੱਕ ਉਹ ਇਸ ਬਾਰੇ ਸਪਸ਼ਟ ਹੈ ਕਿ ਕੋਹਿਨੂਰ ਉਸ ਦੀ ਮਲਕੀਅਤ ਹੈ ਤੇ ਅਗਲੇ 5-6 ਵਰੇ ਕੋਹਿਨੂਰ ਮਲਕਾ ਦੇ ਤਾਜ ਦੀ ਸ਼ਾਨ ਵੱਖ-ਵੱਖ ਮੌਕਿਆਂ ਤੇ ਵਧਾਉਂਦਾ ਰਹਿੰਦਾ ਹੈ। 6 ਸਾਲ ਬਾਅਦ 1861 'ਚ ਮਲਕਾ ਵਿਕਟੋਰੀਆ ਦਾ ਪਤੀ ਅਲਬਰਟ, ਜੋ ਕਿ ਉਸ ਦੀ ਮੁਹੱਬਤ ਵੀ ਸੀ, ਟਾਈਫਾਇਡ ਦੀ ਬਿਮਾਰੀ ਤੋਂ ਕੁਝ ਹਫ਼ਤੇ ਬਿਮਾਰ ਰਹਿਣ ਤੋਂ ਬਾਅਦ ਇਸ ਜਹਾਨ ਨੂੰ ਅਲਵਿਦਾ ਆਖ ਜਾਂਦਾ ਹੈ। ਮਹਾਰਾਣੀ 5 ਸਾਲ ਇਸ ਸਦਮੇ 'ਚ ਰਹਿੰਦੀ ਹੈ ਤੇ ਜਦੋਂ ਇਸ ਤੋਂ ਬਾਹਰ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦੀ ਹੈ ਤਾਂ ਬਾਕੀ ਦੀ ਉਮਰ ਉਹ ਇੱਕ ਕਾਲੇ ਲਿਬਾਸ 'ਚ ਕੱਢਦੀ ਹੈ, ਪਰ ਫਿਰ ਵੀ ਪਾਰਲੀਮੈਂਟ ਦੀ ਸਾਲਾਨਾ ਇਜਲਾਸ ਦੇ ਮੌਕੇ ਕੋਹਿਨੂਰ ਪਹਿਨਣਾ ਨਹੀਂ ਭੁੱਲਦੀ, ਜੋ ਕਿ ਉਸ ਨੂੰ ਵਿਸ਼ਵ ਦੀ ਸਭ ਤੋਂ ਤਾਕਤਵਰ ਹੋਣ ਦਾ ਅਹਿਸਾਸ ਵੀ ਕਰਾਉਂਦਾ ਹੈ। ਇਸੇ ਵਕਫੇ ਦੌਰਾਨ ਕੋਹਿਨੂਰ ਦਾ ਸਾਬਕਾ ਮਾਲਿਕ ਮਹਾਰਾਜਾ ਦਲੀਪ ਸਿੰਘ, ਉਸ ਦੇ ਦਿਨ ਬਦਲਦੇ ਹਨ। ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਉਸ ਨਾਲ ਕੀ ਕੁਝ ਕੀਤਾ ਹੈ। ਉਹ ਆਪਣੇ ਦੁੱਖ ਤੋਂ ਪਾਰ ਪਾਉਣ ਲਈ ਉਸ ਕੋਲ ਕਈ ਵਿਉਂਤਾਂ ਹਨ, ਪਰ ਜਦ ਕੁਝ ਵੀ ਉਸ ਦੇ ਹੱਥ ਪੱਲੇ ਨਹੀਂ ਪੈਂਦਾ ਤਾਂ ਉਹ ਆਪਣਾ ਗਮ ਭੁਲਾਉਣ ਲਈ ਕਈ ਆਸਰੇ ਲੱਭਦਾ ਹੈ। ਮਲਕਾ ਵਿਕਟੋਰੀਆ ਦੀ ਉਪਰਾਮਤਾ ਉਸ ਨੂੰ ਹੋਰ ਖੋਰਦੀ ਹੈ। ਆਪਣਾ ਗਵਾਚਿਆ ਰਾਜ ਭਾਗ ਲੱਭਣ ਦੀਆਂ ਹੋਰ ਤਰਕੀਬਾਂ ਬੁਣਦਾ ਹੈ ਤੇ ਰੂਸੀ ਮਦਦ ਦੀ ਆਸ ਵਿੱਚ ਭਾਰਤ ਵੱਲ ਨੂੰ ਚਾਲੇ ਪਾ ਦਿੰਦਾ ਹੈ, ਪਰ ਇਸ ਤੋਂ ਪਹਿਲਾਂ ਕਿ ਉਸ ਦਾ ਜਹਾਜ਼ ਸੁਏਜ਼ ਨਹਿਰ 'ਚ ਦਾਖਲ ਹੋਵੇ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਆਰਥਿਕ ਤੰਗਹਾਲੀ ਦਾ ਸ਼ਿਕਾਰ ਪੈਰਿਸ ਦੇ ਇੱਕ ਗੁਮਨਾਮ ਹੋਟਲ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰਦਾ ਹੈ ਤੇ 2 ਅਕਤੂਬਰ 1893 ਨੂੰ ਮਹਾਰਾਜਾ ਦਲੀਪ ਸਿੰਘ ਇਸ ਜਹਾਨੋਂ ਰੁਖਸਤ ਹੋ ਜਾਂਦਾ ਹੈ। ਜਦੋਂ 1901 'ਚ ਮਲਕਾ ਵਿਕਟੋਰੀਆ ਦਾ ਦੇਹਾਂਤ ਹੁੰਦਾ ਹੈ ਤਾਂ ਉਸ ਵਕਤ ਦਲੀਪ ਸਿੰਘ ਦੇ ਆਖਰੀ ਦਿਨ ਹਾਲੇ ਵੀ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹਨ। ਨਾਦਰ ਸ਼ਾਹ ਤੋਂ ਲੈ ਕੇ ਸ਼ਾਹ ਜਮਾਂ, ਜੋ ਕਿ ਅੰਨਾ ਕਰ ਦਿੱਤਾ ਗਿਆ, ਤੇ ਫਿਰ ਸ਼ਾਹ ਸ਼ੁਜਾ, ਜੋ ਕਿ ਤਖਤ ਤੋਂ ਬੇਤਖਤ ਹੋ ਗਿਆ, ਤੇ ਮਹਾਰਾਜਾ ਰਣਜੀਤ ਸਿੰਘ ਦੇ ਕਈ ਵਾਰਿਸਾਂ ਦੇ ਕਤਲ, ਤੇ ਉਸ ਤੋਂ ਬਾਅਦ ਮਲਕਾ ਵਿਕਟੋਰੀਆ ਜੋ ਕਿ ਜਵਾਨ ਉਮਰੇ ਬੇਵਾ ਹੋ ਗਈ। ਕੁੱਲ ਮਿਲਾ ਕੇ ਇਹ ਸਾਰੇ ਵਾਕਿਆਤ ਕੋਹਿਨੂਰ ਦੇ ਮਾਲਕਾਂ ਨਾਲ ਜੁੜੀ ਬਦਕਿਸਮਤੀ ਵਾਲੀ ਮਿੱਥ ਨੂੰ ਹੋਰ ਪੁਖਤਾ ਕਰ ਦਿੰਦੇ ਹਨ ਤੇ ਇਸ ਦਾ ਸਿੱਟਾ ਇਹ ਹੈ ਕਿ ਇੰਗਲੈਂਡ ਦੇ ਸ਼ਾਹੀ ਖਾਨਦਾਨ ਦੇ ਦਿਮਾਗ 'ਚ ਇਹ ਗੱਲ ਜੜ੍ਹਾਂ ਲੈ ਲੈਂਦੀ ਹੈ ਕਿ ਜੇ ਹੀਰਾ ਕੋਈ ਔਰਤ ਪਹਿਨੇਗੀ ਤਾਂ ਠੀਕ ਹੈ, ਪਰ ਜੇ ਕੋਈ ਰਾਜਾ ਇਸ ਨੂੰ ਪਹਿਨੇਗਾ ਤਾਂ ਉਸ ਦਾ ਹਸ਼ਰ ਬਹੁਤ ਵਧੀਆ ਨਹੀਂ ਹੋਵੇਗਾ। ਤੇ ਸਿੱਟਾ ਇਹ ਨਿਕਲਦਾ ਹੈ ਕਿ 1902 'ਚ ਜਦੋਂ ਨਵਾਂ ਮਹਾਰਾਜਾ ਤਖਤ ਤੇ ਬੈਠਦਾ ਹੈ ਤਾਂ ਇਸ ਹੀਰੇ ਨੂੰ ਉਹ ਨਹੀਂ ਬਲਕਿ ਉਸ ਦੀ ਪਤਨੀ ਪਹਿਨਦੀ ਹੈ। ਉਸ ਤੋਂ ਬਾਅਦ ਇਹ ਚੱਲਣ ਅਗਲੀਆਂ 2 ਤਾਜਪੋਸ਼ੀਆਂ ਵੇਲੇ ਵੀ ਦੁਹਰਾਇਆ ਜਾਂਦਾ ਹੈ। 1910 ਅਤੇ 1936 'ਚ ਜਿੱਥੇ ਦੋਵਾਂ ਮੌਕਿਆਂ ਤੇ ਇਹ ਹੀਰਾ ਰਾਜਿਆਂ ਦੀਆਂ ਪਤਨੀਆਂ ਜਾਂ ਕੁਈਨ ਕੰਜ਼ੋਰਟ ਵੱਲੋਂ ਹੀ ਪਹਿਨਿਆ ਜਾਂਦਾ ਹੈ। 1952 'ਚ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਵੇਲੇ ਵੀ ਇੰਗਲੈਂਡ ਦੀ ਹੋਣ ਵਾਲੀ ਮਹਾਰਾਣੀ ਇਹ ਹੀਰਾ ਪਹਿਨਣ ਤੋਂ ਗੁਰੇਜ਼ ਹੀ ਕਰਦੀ ਹੈ। ਉਸ ਦਿਨ ਵੀ ਉਹ ਹੀਰਾ ਉਸ ਦੀ ਮਾਂ ਦੇ ਤਾਜ ਦੀ ਸ਼ੋਭਾ ਵਧਾਉਂਦਾ ਹੈ ਤੇ 2023 ਦੀ ਚਾਰਲਸ ਤੀਜੇ ਵਜੋਂ ਤਾਜਪੋਸ਼ੀ 'ਚ ਵੀ ਇੰਗਲੈਂਡ ਦਾ ਨਵਾਂ ਬਣਿਆ ਮਹਾਰਾਜਾ ਇਸ ਹੀਰੇ ਨੂੰ ਨਾ ਪਹਿਨ ਕੇ ਪਿਛਲੇ 120 ਸਾਲ ਦੀ ਬਰਤਾਨਵੀ ਰਵਾਇਤ ਨੂੰ ਕਾਇਮ ਰੱਖਦਾ ਹੈ। ਹਾਂ, ਇਸ ਵਾਰ ਇਹ ਗੱਲ ਵੱਖਰੀ ਹੈ ਕਿ ਪਿਛਲੇ 170 ਸਾਲਾਂ 'ਚ ਕਿਸੇ ਇੰਗਲੈਂਡ ਦੇ ਰਾਜੇ ਜਾਂ ਰਾਣੀ ਦੀ ਤਾਜਪੋਸ਼ੀ 'ਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਨੇ ਵੀ ਇਹ ਹੀਰਾ ਨਹੀਂ ਪਹਿਨਿਆ। ਇਸ ਦਾ ਕਾਰਨ ਕੀ ਹੈ?
ਇਸ ਦੇ ਕਾਰਨ ਲੱਭਣ ਲਈ ਸਾਨੂੰ ਪਿਛਲੇ 75 ਕੁ ਸਾਲ ਦੇ ਇਤਿਹਾਸ ਤੇ ਨਿਗਾਹ ਮਾਰਨੀ ਹੋਵੇ। ਜਦੋਂ ਭਾਰਤ ਆਜ਼ਾਦ ਹੁੰਦਾ ਹੈ ਤਾਂ ਦੋ ਮੁਲਕ ਹੋਂਦ 'ਚ ਆਉਂਦੇ ਹਨ। ਆਜ਼ਾਦ ਹੁੰਦੇ ਸਾਰ ਹੀ ਆਜ਼ਾਦ ਭਾਰਤ ਦੀ ਹਕੂਮਤ ਮੰਗ ਕਰਦੀ ਹੈ ਕਿ ਕੋਹਿਨੂਰ ਨੂੰ ਹਿੰਦੁਸਤਾਨ ਨੂੰ ਵਾਪਸ ਕਰ ਦਿੱਤਾ ਜਾਵੇ, ਪਰ ਉਸ ਵਕਤ ਭਾਰਤ 'ਚੋਂ ਇੱਕ ਸਰਕਾਰ ਹੀ ਨਹੀਂ ਇਹ ਦਾਅਵਾ ਬਲਕਿ ਇੱਕ ਹੋਰ ਸਰਕਾਰ ਵੀ ਕਰਦੀ ਹੈ। ਉਹ ਇੱਕ ਰਾਜ ਦੀ ਸਰਕਾਰ ਹੈ ਜੋ ਇਸ ਤੇ ਆਪਣੀ ਮਲਕੀਅਤ ਜਤਾਉਂਦੀ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਰਕਾਰ ਕਿਸ ਸੂਬੇ ਦੀ ਹੈ। ਇਹ ਸਰਕਾਰ ਉੜੀਸਾ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੈ, ਜੋ ਇਸ ਦੀ ਵਾਪਸੀ ਇਸ ਆਧਾਰ ਤੇ ਚਾਹੁੰਦੀ ਹੈ ਕਿ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਪੁਰੀ ਦੇ ਜਗਨਨਾਥ ਮੰਦਿਰ ਨੂੰ ਦਾਨ ਕਰ ਦਿੱਤਾ ਸੀ। ਇੰਗਲੈਂਡ ਦੀ ਸਰਕਾਰ ਇਹ ਕਹਿ ਕੇ ਇਸ ਮੰਗ ਨੂੰ ਰੱਦ ਕਰ ਦਿੰਦੀ ਹੈ ਕਿ ਮਹਾਰਾਜਾ ਦਲੀਪ ਸਿੰਘ ਨੇ ਇਹ ਹੀਰਾ ਮਲਕਾ ਵਿਕਟੋਰੀਆ ਨੂੰ ਤੋਹਫੇ 'ਚ ਦਿੱਤਾ ਸੀ। 1952 'ਚ ਐਲਿਜ਼ਾਬੈਥ ਦੀ ਤਾਜਪੋਸ਼ੀ 'ਚ ਇਹ ਹੀਰਾ ਜਦੋਂ ਪਿਛਲੀ ਮਹਾਰਾਣੀ ਦੀ ਮਾਂ ਪਹਿਨਦੀ ਹੈ ਤਾਂ ਉਦੋਂ ਵੀ ਇਸ ਹੀਰੇ ਨੂੰ ਵਾਪਸ ਕਰਨ ਬਾਰੇ ਮੰਗ ਮੁੜ ਤੋਂ ਉੱਠਦੀ ਹੈ। 1976 'ਚ ਜ਼ੁਲਫਕਾਰ ਅਲੀ ਭੁੱਟੋ, ਜੋ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ, ਇਹ ਕਹਿ ਕੇ ਇਸ ਤੇ ਆਪਣਾ ਦਾਅਵਾ ਜਤਾਉਂਦਾ ਹੈ ਕਿ ਇਹ ਹੀਰਾ ਪਾਕਿਸਤਾਨ ਦੀ ਸ਼ਾਨਾਮੱਤੀ ਵਿਰਾਸਤ ਦਾ ਖੂਨ ਪਸੀਨਾ ਹੈ। ਭੁੱਟੋ ਦੇ ਕਹਿਣ ਦੀ ਬੁਨਿਆਦ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਖਿੱਤੇ 'ਚ ਸੀ ਜਿਸ ਨੂੰ ਹੁਣ ਪਾਕਿਸਤਾਨ ਕਿਹਾ ਜਾਂਦਾ ਹੈ। ਇਸ ਦਾਅਵੇ ਨੂੰ ਵੀ ਇੰਗਲੈਂਡ ਦੀ ਸਰਕਾਰ ਖਾਰਿਜ ਕਰ ਦਿੰਦੀ ਹੈ। ਇਸ ਤੋਂ ਬਾਅਦ ਕੁਲਦੀਪ ਨਈਅਰ ਜਦੋਂ 1990 'ਚ ਬਰਤਾਨੀਆ ਦੇ ਰਾਜਦੂਤ ਬਣਦੇ ਹਨ ਤਾਂ ਉਹ ਫਿਰ ਇਹ ਮੰਗ ਉਠਾਉਂਦੇ ਹਨ। ਉਹਨਾਂ ਦੀ ਮੰਗ ਇਸ ਬਿਨਾਂ ਤੇ ਟਿਕੀ ਹੋਈ ਹੈ ਕਿ ਇਹ ਹੀਰਾ ਜਿਸ ਤਰੀਕੇ ਨਾਲ ਅੰਗਰੇਜ਼ਾਂ ਵੱਲੋਂ ਹਥਿਆਇਆ ਗਿਆ ਉਹ ਇੱਕ ਸਟੇਟ ਸਪਾਂਸਰਡ ਚੋਰੀ ਹੈ। 2000 'ਚ ਇੱਕ ਹੋਰ ਦਾਅਵਾ ਸਾਹਮਣੇ ਆਉਂਦਾ ਹੈ। ਦਾਅਵਾ ਕਰਨ ਵਾਲੇ ਸ਼ਖਸ ਦਾ ਨਾਮ ਫੈਜ਼ ਅਹਿਮਦ ਫੈਜ਼ ਹੈ। ਇਹ ਨਾ ਸੋਚਿਓ ਜੇ ਕਿ ਅਸੀਂ ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਦੀ ਗੱਲ ਕਰ ਰਹੇ ਹਾਂ, ਕਿਉਂਕਿ ਇਹ ਫੈਜ਼ ਅਹਿਮਦ ਫੈਜ਼ ਦੇ ਨਾਮ ਵਾਲਾ ਹਰ ਸ਼ਖਸ ਸ਼ਾਇਰ ਹੀ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ। ਇਹ ਫੈਜ਼ ਅਹਿਮਦ ਫੈਜ਼ ਤਾਲਿਬਾਨ ਹਕੂਮਤ ਦਾ ਬੁਲਾਰਾ ਹੈ ਜੋ ਕੋਹਿਨੂਰ ਤੇ ਦਾਅਵਾ 2000 'ਚ ਇਹ ਕਹਿ ਕੇ ਜਤਾਉਂਦਾ ਹੈ ਕਿ ਇਹ ਹੀਰਾ ਅਫਗਾਨਿਸਤਾਨ ਦੀ ਹੱਕੀ ਮਲਕੀਅਤ ਹੈ। 2002 'ਚ ਜਦੋਂ ਇੰਗਲੈਂਡ ਦੀ ਪਿਛਲੀ ਕੁਈਨ ਮਦਰ ਦਾ ਦੇਹਾਂਤ ਹੁੰਦਾ ਹੈ ਤਾਂ ਇਸ ਦੀ ਵਾਪਸੀ ਦੀ ਮੰਗ ਫਿਰ ਉੱਠਦੀ ਹੈ। ਸੋ ਇੱਕ ਪੈਟਰਨ ਸਮਝ ਆਉਂਦਾ ਹੈ ਕਿ ਜਦੋਂ ਕਦੇ ਵੀ ਇਹ ਹੀਰਾ ਕਿਸੇ ਜਨਤਕ ਨੁਮਾਇਸ਼ ਦਾ ਹਿੱਸਾ ਬਣਦਾ ਹੈ ਤਾਂ ਇਸ ਦੀ ਵਾਪਸੀ ਬਾਰੇ ਦਾਅਵੇਦਾਰੀਆਂ ਵੀ ਸਾਹਮਣੇ ਆ ਜਾਂਦੀਆਂ ਹਨ। ਸੋ ਜੇ ਕੁਈਨ ਕੰਜ਼ੋਰਟ ਕੈਮਿਲਾ ਵੱਲੋਂ ਇਹ ਹੀਰਾ ਪਹਿਨਿਆ ਜਾਂਦਾ ਤਾਂ ਬਹੁਤ ਲਾਜ਼ਮੀ ਸੀ ਕਿ ਉਸ ਦਿਨ ਫੋਕਸ ਮਹਾਰਾਜੇ ਦੀ ਤਾਜਪੋਸ਼ੀ ਤੋਂ ਤਿਲਕ ਕੇ ਹੀਰੇ ਦੀ ਮਲਕੀਅਤ ਤੇ ਆ ਟਿਕਦਾ। ਸੋ ਜ਼ਾਬਤੇ ਦਾ ਬੰਦ ਰਹਿਣ ਵਾਲਾ ਬਰਤਾਨੀਆ ਦਾ ਸ਼ਾਹੀ ਪਰਿਵਾਰ ਇਸ ਗੱਲ ਦਾ ਜੋਖਮ ਨਹੀਂ ਉਠਾ ਸਕਦਾ ਸੀ। ਅੱਜ ਕੱਲ੍ਹ ਦੇ ਹੈਸ਼ਟੈਗ ਦੇ ਜ਼ਮਾਨੇ 'ਚ ਕੋਈ ਵੀ ਇਹ ਨਹੀਂ ਚਾਹੇਗਾ ਕਿ ਕਿਸੇ ਮੁਲਕ ਦੇ ਰਾਜੇ ਦੀ ਤਾਜਪੋਸ਼ੀ ਹੋ ਰਹੀ ਹੋਵੇ ਤੇ ਉਧਰ ਇਹ ਲੂਟ ਕਾ ਮਾਲ ਹਮੇ ਦੇ ਰਹੇ ਵਰਗੇ ਹੈਸ਼ਟੈਗ ਟ੍ਰੈਂਡ ਕਰ ਰਹੇ ਹੋਣ। ਸੋ ਅੰਗਰੇਜ਼ਾਂ ਨੇ ਸ਼ਾਇਦ ਇਸੇ ਕਰਕੇ ਹੀ ਕੋਹਿਨੂਰ ਨੂੰ ਬੁੱਕਲ 'ਚ ਰੱਖਣ ਨੂੰ ਹੀ ਤਰਜੀਹ ਦਿੱਤੀ। ਅਗਲਾ ਸਵਾਲ, ਕੀ ਇਹ ਹੀਰਾ ਕਦੇ ਹਿੰਦੁਸਤਾਨ ਵਾਪਸ ਆ ਸਕੇਗਾ? ਇਸ ਬਾਬਤ ਨਾ ਤਾਂ ਭਾਰਤ ਦਾ ਐਂਟੀਕੁਇਟੀਜ਼ ਐਂਡ ਆਰਟ ਟ੍ਰੇਜਰ ਐਕਟ 1972 ਸਹਾਇਤਾ ਕਰ ਸਕਦਾ ਹੈ ਤੇ ਨਾ ਹੀ ਯੂਨੈਸਕੋ ਦੀ ਕਨਵੈਨਸ਼ਨ, ਕਿਉਂਕਿ ਦੋਵੇਂ ਹੀ ਕਾਨੂੰਨ ਇਸ ਹੀਰੇ ਦੇ ਹਿੰਦੁਸਤਾਨ ਤੋਂ ਬਾਹਰ ਜਾਣ ਤੋਂ ਬਾਅਦ ਹੋਂਦ ਵਿੱਚ ਆਏ ਹਨ। ਇੱਕ ਵਾਰ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਤੋਂ ਇਸ ਬਾਬਤ ਸਵਾਲ ਪੁੱਛਿਆ ਗਿਆ ਸੀ ਤਾਂ ਉਸ ਦਾ ਜਵਾਬ ਸੀ ਕਿ ਜੇ ਇੱਕ ਹੀਰਾ ਭਾਰਤ ਨੂੰ ਮੋੜ ਦਿੱਤਾ ਗਿਆ ਤਾਂ ਫਿਰ ਪਿਰਤ ਪੈ ਜਾਵੇਗੀ ਤੇ ਫਿਰ ਤਾਂ ਬਰਤਾਨੀਆ ਦੇ ਸਾਰੇ ਅਜਾਇਬ ਘਰ ਹੀ ਖਾਲੀ ਹੋ ਜਾਣਗੇ। ਉਹਨਾਂ ਦਾ ਇਹ ਬਿਆਨ ਬਰਤਾਨਵੀ ਬਸਤੀਵਾਦ ਵੱਲੋਂ ਭਾਰਤ ਦੀ ਕੀਤੀ ਹੋਈ ਲੁੱਟ ਦੀ ਸ਼ਾਦੀ ਵੀ ਭਰਦਾ ਹੈ। ਸੋ ਕੋਹਿਨੂਰ ਦੇ ਇਸ ਸੰਖੇਪ ਇਤਿਹਾਸ ਦਾ ਸਾਰੰਸ਼ ਕੀ ਹੈ? ਪਹਿਲਾ ਤਾਂ ਇਹ ਕਿ ਕੋਹਿਨੂਰ ਕਿੱਥੋਂ ਆਇਆ ਇਸ ਬਾਰੇ ਕੁਝ ਵੀ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਦੂਸਰਾ, ਪਹਿਲੀ ਵਾਰ ਜਦ ਇਸ ਹੀਰੇ ਦਾ ਜ਼ਿਕਰ ਹੁੰਦਾ ਹੈ ਤਾਂ ਇਹ ਹੀਰਾ ਨਾਦਰ ਸ਼ਾਹ ਦੁਆਰਾ ਲੁੱਟ ਕੇ ਭਾਰਤ ਤੋਂ ਬਾਹਰ ਜਾ ਚੁੱਕਾ ਹੈ। ਇਹ ਹੀਰਾ 75 ਸਾਲ ਅਫਗਾਨਿਸਤਾਨ 'ਚ ਰਹਿਣ ਤੋਂ ਬਾਅਦ ਸਿੱਖ ਰਾਜ ਦੇ ਅਧੀਨ ਲਾਹੌਰ ਦਰਬਾਰ ਦੀ ਜ਼ੀਨਤ ਬਣਦਾ ਹੈ ਤੇ ਉੱਥੋਂ ਮਹਾਰਾਜਾ ਦਲੀਪ ਸਿੰਘ ਕੋਲੋਂ ਅੰਗਰੇਜ਼ਾਂ ਦੇ ਕਬਜ਼ੇ 'ਚ ਚਲਾ ਜਾਂਦਾ ਹੈ। ਇਸ ਨੂੰ ਆਖਰੀ ਵਾਰ ਪਹਿਨਣ ਵਾਲਾ ਮਹਾਰਾਜਾ ਪੰਜਾਬ ਦਾ ਮਹਾਰਾਜਾ ਦਲੀਪ ਸਿੰਘ ਸੀ ਤੇ ਆਖਰੀ ਰਾਣੀ ਮਲਕਾ ਵਿਕਟੋਰੀਆ। ਬਰਤਾਨੀਆ ਦਾ ਸ਼ਾਹੀ ਖਾਨਦਾਨ ਇਸ ਨਾਲ ਜੁੜੀਆਂ ਬਦਕਿਸਮਤੀ ਵਾਲੀਆਂ ਮਿੱਥਾਂ ਕਾਰਨ ਇਸ ਨੂੰ ਨਹੀਂ ਪਹਿਨਦਾ। ਬੇਸ਼ੱਕ ਉਹ ਕਦੇ ਵੀ ਇਸ ਦੀ ਪੁਸ਼ਟੀ ਨਹੀਂ ਕਰੇਗਾ। ਤੇ ਆਖਰੀ ਕਿ ਬੇਸ਼ੱਕ ਇਸ ਹੀਰੇ ਦੇ ਬਥੇਰੇ ਦਾਅਵੇਦਾਰ ਹਨ, ਪਰ ਜਿਸ ਤਰ੍ਹਾਂ ਦੇ ਹਾਲਾਤ ਹਨ ਇਹ ਹੀਰਾ ਉੱਥੇ ਹੀ ਰਹੇਗਾ ਜਿੱਥੇ ਹੈ ਅਤੇ ਨੇੜਲੇ ਭਵਿੱਖ 'ਚ ਇਸ ਦੇ ਬਰਤਾਨੀਆ ਤੋਂ ਬਾਹਰ ਆਉਣ ਦੇ ਅਸਾਰ ਬਹੁਤ ਘੱਟ ਹਨ। ਇਸ ਦੇ ਨਾਲ ਹੀ ਅਸੀਂ ਕੋਹਿਨੂਰ ਹੀਰੇ ਦੇ ਇਤਿਹਾਸ ਵਾਲੀ ਇਸ ਲੜੀ ਨੂੰ ਵਿਰਾਮ ਲਾਉਂਦੇ ਹਾਂ। ਜੇ ਤੁਹਾਨੂੰ ਇਹ ਪਸੰਦ ਆਈ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਤੇ ਭਵਿੱਖ 'ਚ ਜੇ ਤੁਸੀਂ ਕਿਸੇ ਮੁੱਦੇ ਨੂੰ ਤੱਥਾਂ ਦੇ ਆਧਾਰਿਤ ਖੋਜ ਭਰਪੂਰ ਤਰੀਕੇ ਨਾਲ ਜਾਣਨਾ ਜਾਂ ਸਮਝਣਾ ਚਾਹੁੰਦੇ ਹੋ ਤਾਂ ਆਪਣੇ ਸੁਝਾਅ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸੋ ਸਾਰੰਸ਼ ਨਾਲ ਜੁੜੇ ਰਹਿਣਾ।
ਧੰਨਵਾਦ ਤੇ ਰੱਬ ਰਾਖਾ।